Hello everyone, welcome to Chemistry Real. So ਬੇਟਾ ਕਲਾਸ 11 ਦੇ ਚੈਪਟਰ ਥਰਮੋਡਾਇਨਾਮਿਕਸ ਦੇ ਵਿੱਚ ਅੱਜ ਆਪਾਂ 4th ਲੈਕਚਰ ਕਰ ਰਹੇ ਹਾਂ ਤੇ ਅੱਜ ਆਪਾਂ ਐਂਥੈਲਪੀ ਔਰ ਹੀਟ ਕੈਪੈਸਿਟੀ ਬਾਰੇ ਬੇਸਿਕ ਇਨਫੋਰਮੇਸ਼ਨ ਲਵਾਂਗੇ। ਸੋ ਲੈਟਸ ਬਿਗਿਨ ਵਿਦ ਦ ਟੌਪਿਕ। ਸੋ ਬੇਟੇ ਕੱਲ ਆਪਾਂ ਪੜਿਆ ਸੀ ਕਿ ਫਰਸਟ ਲਾਅ ਆਫ ਥਰਮੋਡਾਇਨਾਮਿਕਸ ਦੇ ਅਕੋਰਡਿੰਗਲੀ delta U is equal to heat plus W। ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਵੀ ਸਿਸਟਮ ਦੀ ਇੰਟਰਨਲ એનર્ਜੀ U1 ਤੋਂ U2 ਉਦੋਂ ਹੋ ਜਾਏਗੀ ਜਦੋਂ ਇਹ ਕੋਈ ਹੀਟ ਗੇਨ ਕਰੇਗਾ ਜਾਂ ਲੂਜ਼ ਕਰੇਗਾ, ਜਾਂ ਇਹਦੇ ਤੇ ਵਰਕ ਕੀਤਾ ਜਾਏਗਾ ਜਾਂ ਇਹ ਕੋਈ ਵਰਕ ਕਰੇਗਾ। ਸੋ U2 ਮਾਈਨਸ U1 ਉਹ ਬਣ ਜਾਂਦਾ ਹੈ Q ਤੇ W। ਇਹਨੂੰ ਆਪਾਂ ਕਹਿ ਦਿੰਨੇ ਆ ਡੈਲਟਾ U, ਤੇ ਇੱਥੇ ਆਪਣੇ ਕੋਲੇ Q ਔਰ W ਦੇ ਲਈ ਆਪਾਂ ਸਾਈਨ ਕਨਵੈਨਸ਼ਨ ਜਿਹੜੀ ਹੈ ਡਿਸਾਈਡ ਕੀਤੀ ਹੋਈ ਹੈ, ਮਤਲਬ ਪਰੰਪਰਾਗਤ ਤਰੀਕੇ ਨਾਲ ਜਿਹੜੇ ਸਾਈਨਸ ਹੈ ਉਹ ਡਿਸਾਈਡਡ ਹੈ। ਜਿਹੜੀ ਵੀ ਚੀਜ਼ ਸਿਸਟਮ ਦੇ ਅੰਦਰ ਆਂਦੀ ਹੈ, ਚਾਹੇ Q ਹੀਟ ਅੰਦਰ ਆ ਰਹੀ ਹੈ ਜਾਂ ਵਰਕ ਸਿਸਟਮ ਦੇ ਉੱਤੇ ਕੀਤਾ ਜਾ ਰਿਹਾ ਹੈ। ਸਿਸਟਮ ਦੇ ਉੱਤੇ ਵਰਕ ਕਰਨ ਦਾ ਮਤਲਬ ਕੀ ਹੈ ਕਿ ਜੇ ਆਪਾਂ ਕੋਈ ਸਿਲੰਡਰ ਲਿੱਤਾ ਹੈ ਜਿੰਦੇ ਤੇ ਗੈਸ ਫਿਲ ਕੀਤੀ ਹੈ, ਸਿਸਟਮ ਦੇ ਉੱਤੇ ਵਰਕ ਮਤਲਬ ਪਿਸਟਨ ਦੇ ਨਾਲ ਇਹਨੂੰ ਅੰਦਰ ਵੱਲ ਨੂੰ ਧੱਕਾਂਗੇ, ਸੋ ਵਰਕ ਇਜ਼ ਡਨ ਔਨ ਦਾ ਸਿਸਟਮ। ਜਦੋਂ ਵੀ ਹੀਟ ਜਾਂ ਵਰਕ ਜੋ ਵੀ ਚੀਜ਼ ਐਂਟਰ ਕਰ ਰਹੀ ਹੈ दैट इज पॉजिटिव, और जो भी चीज लीव कर रही है, ठीक है, जे हीट ਜਿਹੜੀ ਹੈ ਸਿਸਟਮ ਤੋਂ ਬਾਹਰ ਜਾ ਰਹੀ ਹੈ, ਸਿਸਟਮ ਇਜ਼ ਲੂਜ਼ਿੰਗ ਹੀਟ, ਤਾਂ ਉਹਨੂੰ ਅਸੀਂ ਨੈਗੇਟਿਵ ਕਹਿੰਦੇ ਆ। ਜੇ ਵਰਕ ਇਜ਼ ਡਨ ਬਾय ਦ ਸਿਸਟਮ ਤਾਂ ਉਹਨੂੰ ਵੀ ਅਸੀਂ ਨੈਗੇਟਿਵ ਕਹਿੰਦੇ ਆ। ਇਸ ਦੇ ਬਾਅਦ ਆਪਾਂ ਇਹਦੀਆਂ ਐਪਲੀਕੇਸ਼ਨਸ ਕੀਤੀਆਂ। ਐਪਲੀਕੇਸ਼ਨਸ ਦੇ ਵਿੱਚ ਮਤਲਬ ਇਹ ਕਿੱਥੇ ਕਿੱਥੇ ਅਸੀਂ ਅਪਲਾਈ ਕਰਦੇ ਆ। ਐਪਲੀਕੇਸ਼ਨਸ ਦੇ ਵਿੱਚ ਅਸੀਂ ਇਹ ਚੀਜ਼ ਸਮਝੀ ਕਿ ਜੇ ਆਈਸੋਥਰਮਲ ਪ੍ਰੋਸੈਸ ਹੈ, ਆਈਸੋਥਰਮਲ ਪ੍ਰੋਸੈਸ ਦਾ ਮਤਲਬ ਹੋਏਗਾ ਕਿ ਡੈਲਟਾ T इज 0, तापमान चेंज नहीं हो रहा, तो T2 माइनस T1 इज इक्वल टू 0। इनका मतलब ये होया कि डेल्टा T ओ इक्वल टू 0 हो गया। जे डेल्टा T 0 है तो इनका मतलब डेल्टा U 0 है। सो जे इत्थे आपां डेल्टा U 0 पुट कर दिंदे हैं, ठीक है। सो डेल्टा U is equal to Q plus W। जे डेल्टा U ਆਪਾਂ 0 ਪੁੱਟ ਕਰਤਾ ਤਾਂ Q plus W ਦੇ ਵਿੱਚ ਆ ਚੀਜ਼ ਆ ਜਾਏਗੀ। ਸੋ ਆਈਸੋਥਰਮਲ ਪ੍ਰੋਸੈਸ ਚ Q ਜਿਹੜਾ ਹੈ ਉਹ ਮਾਈਨਸ ਵਰਕ, ਇਹਦਾ ਮਤਲਬ ਇਹ ਹੋਇਆ ਕਿ ਜਿੰਨੀ ਅਸੀਂ ਸਿਸਟਮ ਨੂੰ ਹੀਟ ਦਵਾਂਗੇ ਸਿਸਟਮ ਉਨਾ ਹੀ ਵਰਕ ਕਰੇਗਾ, ਠੀਕ ਹੈ। ਸੋ ਪਹਿਲੀ ਜਿਹੜੀ ਆਪਣੀ ਐਪਲੀਕੇਸ਼ਨ ਹੈ ਉਹ ਆਈਸੋਥਰਮਲ ਪ੍ਰੋਸੈਸ ਚ ਇਹ ਹੈ। ਫਿਰ ਇਹਦੇ ਵਿੱਚ ਅੱਗੇ ਆਪਾਂ ਨੂਮੈਰੀਕਲਸ ਕਰਨੇ ਆ ਨਾ, ਜਦੋਂ ਤਾਂ ਨੂਮੈਰੀਕਲਸ ਦੇ ਵਿੱਚ ਆਪਾਂ ਇਹ ਚੀਜ਼ ਦੇਖੀ ਕਿ ਆਈਸੋਥਰਮਲ ਸਿਸਟਮ ਜਿਹੜਾ ਹੈ ਉਹ ਰਿਵਰਸੀਬਲ ਵੀ ਹੋ ਸਕਦਾ ਹੈ ਤੇ ਇਰਰਿਵਰਸੀਬਲ ਵੀ ਹੋ ਸਕਦਾ ਹੈ। ਰਿਵਰਸੀਬਲ ਦੇ ਲਈ ਆਪਾਂ ਕਹਿੰਦੇ ਆ ਆਈਸੋਥਰਮਲ ਰਿਵਰਸੀਬਲ ਪ੍ਰੋਸੈਸ Q ਤਾਂ -W ਦੇ ਬਰਾਬਰ ਹੀ ਰਹਿਣੀ ਹੈ, ਤੇ W is equal to minus 2.303 nRT log, log to the base 10 ਜਿਹੜਾ log ਟੇਬਲ ਚੋਂ ਤੁਸੀਂ ਦੇਖਦੇ ਹੋ, ਠੀਕ ਹੈ। ਸੋ ਇਹ ਫਾਰਮੂਲਾ ਆਪਾਂ ਯਾਦ ਰੱਖਣਾ ਹੈ, ਠੀਕ। ਇਸ ਦੇ ਬਾਅਦ ਜੇ V2 by V1 ਹੈ, ਇਹਨੂੰ ਆਪਾਂ ਦੋ ਅਲੱਗ ਸ਼ਕਲਾਂ 'ਚ ਲਿਖ ਸਕਦੇ ਹਾਂ। ਇੱਕ ਤਾਂ ਹੈਗੀ ਹੈ ਸ਼ਕਲ ਕਿ ਜਦੋਂ ਅਸੀਂ nRT ਨੂੰ PV ਦੇ ਬਰਾਬਰ ਲਿਖ ਦਿੰਦੇ ਹਾਂ, ਓਕੇ, ਇੱਕ ਤਾਂ ਆ ਫਾਰਮ ਹੈ। ਦੂਸਰਾ ਹੈ ਜੇ ਆਪਾਂ ਨੂੰ ਪ੍ਰੈਸ਼ਰ ਮੈਂਸ਼ਨ ਕੀਤਾ ਹੋਇਆ, ਵੋਲਿਊਮ ਦਾ ਕੋਈ ਜ਼ਿਕਰ ਨਹੀਂ ਹੈ, ਠੀਕ ਹੈ, ਤਾਂ ਅਸੀਂ ਉੱਥੇ nRT log P1 by P2। ਜਦੋਂ ਅਸੀਂ ਨੂਮੈਰੀਕਲ ਨੂੰ ਹੱਲ ਕਰਨਾ ਹੈ, ਜੇ ਮਾਈਨਸ ਖਤਮ ਕਰਨਾ ਹੈ ਨਾ, ਤਾਂ ਹੀ ਵੈਲਿਊ ਇਨਵਰਟ ਕਰਾਂਗੇ। ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈ, ਇਹ ਤੁਹਾਨੂੰ ਮੈਂ ਕੱਲ ਗੱਲ ਸਮਝਾਈ ਹੈ। ਜੇ ਆਈਸੋਥਰਮਲ ਪ੍ਰੋਸੈਸ ਰਿਵਰਸੀਬਲ ਦੀ ਬਜਾਏ ਸਪੋਜ਼ ਆਈਸੋਥਰਮਲ ਇਰਰਿਵਰਸੀਬਲ ਪ੍ਰੋਸੈਸ, ਇਰਰਿਵਰਸੀਬਲ ਦੇ ਕੇਸ 'ਚ ਕੀ ਹੋਏਗਾ? ਇਰਰਿਵਰਸੀਬਲ ਵਾਲੇ ਕੇਸ ਦੇ ਵਿੱਚ Q ਆਪਾਂ -W ਦੇ ਬਰਾਬਰ ਹੀ ਲਿਖਦੇ ਆ, ਬਟ ਉੱਥੇ ਜਿਹੜਾ ਵਰਕ ਡਨ ਹੈ ਉਹ ਆ ਜਾਂਦਾ ਹੈ ਮਾਈਨਸ, ਧਿਆਨ 'ਚ ਰੱਖਣਾ ਹੈ P external
VF minus VI, V2 minus VI। ਸੋ ਇਹਦੇ ਨਾਲ ਆਪਣੇ ਕੋਲੇ ਵਰਕ ਡਨ ਦਾ ਫਾਰਮੂਲਾ ਆ ਗਿਆ ਤੇ ਆਪਾਂ ਫਰਸਟ ਲਾਅ ਆਫ ਥਰਮੋਡਾਇਨਾਮਿਕਸ ਦੀ ਆਈਸੋਥਰਮਲ ਐਪਲੀਕੇਸ਼ਨ ਕਰ ਲਈ। ਇਸ ਦੇ ਬਾਅਦ ਆਪਾਂ ਹੁਣ ਗੱਲ ਕਰਦੇ ਹਾਂ ਜੇ ਪ੍ਰੋਸੈਸ ਆਈਸੋਕੋਰਿਕ ਹੈ। ਆਈਸੋਕੋਰਿਕ ਪ੍ਰੋਸੈਸ ਦਾ ਮਤਲਬ ਹੁੰਦਾ ਹੈ ਕਿ ਡੈਲਟਾ V 0 ਹੈ। ਸੋ ਉਸ ਸਿਚੁਏਸ਼ਨ ਦੇ ਵਿੱਚ ਆਪਣੇ ਕੋਲੇ ਡੈਲਟਾ V 0 ਹੈ ਤਾਂ ਇਹਦਾ ਮਤਲਬ W P ਡੈਲਟਾ V ਆ ਚੀਜ਼ ਪੂਰੀ 0 ਹੋਗੀ। ਸੋ ਆਪਣਾ ਡੈਲਟਾ U ਕੀ ਬਣ ਜਾਏਗਾ? This thing is 0। So the next ਜਿਹੜੀ ਆਪਣੀ ਐਪਲੀਕੇਸ਼ਨ ਹੈ ਉਹ ਐਡੀਆਬੈਟਿਕ ਪ੍ਰੋਸੈਸ ਦੀ ਹੈ। ਐਡੀਆਬੈਟਿਕ ਪ੍ਰੋਸੈਸ ਹੁੰਦਾ ਹੈ ਕਿ ਕੋਈ ਵੀ ਹੀਟ ਸਿਸਟਮ ਦੇ ਵਿੱਚੋਂ ਦੀ ਲੂਜ਼ ਨਹੀਂ ਹੋ ਰਹੀ, ਕੋਈ ਹੀਟ ਗੇਨ ਨਹੀਂ ਹੋ ਰਹੀ, ਨਾ ਹੀਟ ਲੂਜ਼ ਹੋ ਰਹੀ ਹੈ ਨਾ ਹੀਟ ਗੇਨ ਹੋ ਰਹੀ ਹੈ। ਸੋ ਡੈਲਟਾ U that is ਐਡੀਆਬੈਟਿਕ ਲਿਖਦੇ ਹਾਂ। ਸੋ ਇੱਥੇ Q ਐਡੀਆਬੈਟਿਕ ਦੀ ਥਾਂ ਤੇ QV ਪਾ ਦਿੰਨੇ ਆ, ਇਹਦਾ ਮਤਲਬ U should be written as QV। ਸੋ ਆਈਸੋਕੋਰਿਕ ਪ੍ਰੋਸੈਸ ਦਾ ਮਤਲਬ ਹੁੰਦਾ ਹੈ ਕਿ ਡੈਲਟਾ V0 there is no change in volume। no change in volume ਦੇ ਨਾਲ ਡੈਲਟਾ V0 ਦੇ ਨਾਲ ਡੈਲਟਾ U ਤੇ ਕੀ ਫਰਕ ਪੈਂਦਾ ਹੈ? ਸੋ ਜੇ ਡੈਲਟਾ V0 ਹੈ ਤਾਂ ਡੈਲਟਾ U ਜਿਹੜਾ ਹੈ ਆ ਪੂਰੀ ਚੀਜ਼ 0 ਹੋ ਜਾਏਗੀ। ਸੋ ਡੈਲਟਾ U will become equal to Q। ਇਹਨੂੰ ਮੈਂ ਕਹਿ ਸਕਦੀ ਹਾਂ heat absorbed ਜਾਂ heat released at constant volume, QV ਪਾਤਾ। ਸੋ ਇੰਟਰਨਲ એનર્ਜੀ ਦੀ ਡੈਫੀਨੇਸ਼ਨ ਕੀ ਬਣੀ ਕਿ heat exchanged ਚਾਹੇ gained ਜਾਂ lost, heat exchanged at constant volume। ਸੋ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਆਪਾਂ ਲੈਬੋਰੇਟਰੀ 'ਚ ਕੋਈ ਵੀ ਰਿਐਕਸ਼ਨ ਕਰ ਰਹੇ ਹਾਂ, ਕਿਸੇ ਇੱਕ ਟੈਸਟ ਟਿਊਬ ਦੇ ਵਿੱਚੋਂ ਆਪਾਂ ਮਟੀਰੀਅਲ ਕਿਸੇ ਦੂਸਰੇ ਟੈਸਟ ਟਿਊਬ 'ਚ ਪਾਇਆ ਤੇ ਇਹਨੂੰ ਆਪਾਂ ਗਰਮ ਕੀਤਾ, ਇਹਨੇ ਹੀਟ ਐਬਜ਼ੌਰਬ ਕੀਤੀ, ਇਸ ਟਾਈਮ ਰਿਐਕਸ਼ਨ ਹੋਈ, ਜੋ ਕੋਈ ਵੀ ਇਹਦੇ 'ਚ ਹੀਟ ਚੇਂਜ ਆਈ, ਜਿੰਨੀ ਵੀ ਹੀਟ ਚੇਂਜ ਹੋਈ, ਕੀ ਉਹ ਐਟ ਕਨਸਟੈਂਟ ਵੋਲਿਊਮ ਹੋ ਰਹੀ ਹੈ? ਪਲੀਜ਼ ਟੈਲ ਮੀ। ਹਾਂਜੀ ਲਾਈਵ ਚੈਟ ਦੇ ਵਿੱਚ ਬੇਟਾ ਲਿਖੋ ਕਿ ਇਹ ਕਨਸਟੈਂਟ ਵੋਲਿਊਮ ਤੇ ਹੋ ਰਹੀ ਹੈ। ਇਜ਼ ਇਟ? नो, वॉल्यूम में चेंज। ठीक है, वॉल्यूम चेंज हो सकता है बेटे, बट इत्थे प्रेशर नहीं चेंज हो रहा। प्रेशर केड़ा नहीं चेंज हो रहा, बट प्रेशर रिमेन्स अनचेंज्ड। सो इत्थे एक्चुअली एटमॉस्फेरिक प्रेशर रोल प्ले कर रहे, एटमॉस्फेरिक प्रेशर रिमेन्स कांस्टेंट। ओके, सो व्हाट वी नीड इज सानू नवा कोई ऐसा स्टेट फंक्शन चाहिए है हीट एब्जॉर्ब्ड या हीट गेन्ड वास्ते। अ न्यू स्टेट फंक्शन इज रिक्वायर्ड जेड़ा सानू वैल्यू दवे हीट गेन्ड या लॉस्ट एट कांस्टेंट प्रेशर। सो QP आपां हुण फाइंड आउट करना है और इस नवे स्टेट फंक्शन का नाम है एंथैल्पी। सो ਆਪਾਂ एंथैल्पी ਨੂੰ डिफाइन किवें करते हैं? एंथैल्पी ਹੁੰਦੀ है अपने कोले टोटल एनर्जी ऑफ द सिस्टम। टोटल एनर्जी ऑफ सिस्टम ਆਪਾਂ हाल तक ये पढ़िया है कि ਜਦੋਂ सिस्टम ਦੀ एनर्जी ਜਿਹੜੀ है U2 ਆਪਾਂ ਕਹਿੰਦੇ ਆ ਕਿ ਸ਼ੁਰੂ ਦੇ ਵਿੱਚ U1 ਸੀ, ਉਹਦੇ ਤੇ ਹੀਟ ਗੇਨ ਕੀਤੀ, ਵਰਕ ਹੋਇਆ ਤਾਂ ਬਣ ਗਈ ਇਹ U2। ਆਪਾਂ ਕਹਿ ਦਿੰਦੇ ਆ ਨਾ ਕਿ ਚੇਂਜ ਇਨ ਇੰਟਰਨਲ એનર્ਜੀ ਇਜ਼ ਡੈਲਟਾ U ਤੇ ਇਟ ਇਜ਼ ਇਕੁਅਲ ਟੂ Q plus W। ਨਾਓ ਆਈ ਐਮ ਟੈਲਿੰਗ ਯੂ ਕਿ ਜਿੰਨੀ ਵੀ ਟੋਟਲ એનર્ਜੀ ਸਿਸਟਮ ਦੀ ਹੀਟ ਐਬਜ਼ੌਰਬਡ ਜਾਂ ਹੀਟ ਰਿਲੀਜ਼ਡ ਐਟ ਕਨਸਟੈਂਟ ਪ੍ਰੈਸ਼ਰ ਉਹਨੂੰ ਅਸੀਂ ਕਹਿੰਦੇ ਆ ਐਂਥੈਲਪੀ। ਔਰ ਇਹ ਇੱਕ ਗ੍ਰੀਕ ਵਰਡ ਐਂਥੈਲਪੀਅਨ ਦੇ ਨਾਲ ਆਇਆ ਹੈ ਜਿਹਦਾ ਮਤਲਬ ਹੁੰਦਾ ਹੈ ਟੂ ਵਾਰਮ। ठीक, और H की जी वैल्यू है दैट इज U plus PV। H is equal to U plus PV। सो सारे जने अपनी अपनी कॉपीज ते इसनू लिखो
H ਦਾ ਮਤਲਬ ਐਂਥੈਲਪੀ, ਐਂਥੈਲਪੀ ਇਜ਼ ਇਕੁਅਲ ਟੂ U plus PV। ਓਕੇ, ਹੁਣ ਬੇਟਾ ਇੱਕ ਸਿਚੁਏਸ਼ਨ ਸੋਚੋ ਕਿ ਸਪੋਜ਼ ਆਪਣੇ ਕੋਲੇ ਜਿਹੜੀ ਡੈਲਟਾ U ਹੈ ਉਹ Q plus W ਹੈ ਨਾ, ਆਹੀ ਚੀਜ਼ ਮੈਂ ਦੁਬਾਰਾ ਲਿਖੀ ਹੈ। ਸੋ ਸਿਚੁਏਸ਼ਨ ਇਹ ਹੈ ਕਿ ਡੈਲਟਾ ਯੂ ਕਿਸੇ ਸਿਸਟਮ ਨੂੰ ਆਪਾਂ ਕਨਸਟੈਂਟ ਪ੍ਰੈਸ਼ਰ ਤੇ ਹੀਟ ਸਪਲਾਈ ਕੀਤੀ ਤੇ ਸਿਸਟਮ ਨੇ ਵਰਕ ਕੀਤਾ, ਹੀਟ ਐਬਜ਼ੌਰਬ ਹੋਈ ਤੇ ਸਿਸਟਮ ਨੇ ਵਰਕ ਕੀਤਾ। ਸੋ ਵਰਕ ਦਾ ਸਾਈਨ ਨੈਗੇਟਿਵ ਹੋ ਜਾਏਗਾ। ਸੋ ਵਰਕ ਦਾ ਸਾਈਨ ਜੇ ਨੈਗੇਟਿਵ ਹੋ ਗਿਆ ਤਾਂ ਆਪਾਂ ਇੱਥੇ ਕੀ ਲਿਖ ਸਕਦੇ ਹਾਂ, ਡੈਲਟਾ ਯੂ ਇਜ਼ ਇਕੁਅਲ ਟੂ QP minus P delta V। Can we write? ਬੇਟੇ ਤੁਸੀਂ ਸਾਰੇ ਨਾਲ ਦੀ ਨਾਲ ਇਹਨੂੰ ਲਿਖੋ ਤਾਂ ਕਿ ਤੁਹਾਨੂੰ ਵੀ ਸਮਝ ਲੱਗੇ ਵੀ ਇਹ ਕਿਵੇਂ ਆ ਰਹੀ ਹੈ ਚੀਜ਼, ਠੀਕ ਹੈ। ਸੋ ਇਸ ਦੇ ਵਿੱਚ ਵੈਲਿਊਜ਼ ਪੁੱਟ ਕਰੀਏ ਹੁਣ ਆਪਾਂ। ਡੈਲਟਾ U ਦਾ ਮਤਲਬ ਕੀ ਹੈ, U2 minus U1। ਸੋ QP, P delta V ਦਾ ਮਤਲਬ ਕੀ ਹੈ, V2 minus V1। ਜੇ ਬ੍ਰੈਕਟ ਖੋਲਦੇ ਆ ਆਪਾਂ ਤੇ ਅੰਦਰਲੀਆਂ ਚੀਜ਼ਾਂ ਨੂੰ ਮਲਟੀਪਲਾਈ ਹੋ ਜਾਏਗਾ। U2 minus U1 is equal to QP minus PV2 plus PV1। ਹੁਣ ਜਿਹੜੀਆਂ 2 ਵਾਲੀਆਂ ਰਕਮਾਂ ਹੈ ਉਹ ਇੱਕ ਪਾਸੇ ਲੈ ਜਾਓ ਤੇ 1 ਵਾਲੀਆਂ ਰਕਮਾਂ ਇੱਕ ਪਾਸੇ ਲੈ ਜਾਓ, ਇਹਨਾਂ ਨੂੰ ਆਪਾਂ ਰੀਅਰੇਂਜ ਕਰ ਲੈਂਦੇ ਆ। ਜਦੋਂ ਇਹਨੂੰ ਰੀਅਰੇਂਜ ਕਰਾਂਗੇ ਤਾਂ ਆਪਣੇ ਕੋਲੇ ਕੀ ਬਣ ਜਾਏਗੀ ਸਟੇਟਮੈਂਟ। On rearranging, we get QP is equal to U2 plus PV2, then minus common ले लेते हैं, ठीक है, समझ लग रहा है बेटा। U2 PV2 इधरले पासे ले आए, U1 ते PV1, PV1 ਨੂੰ ਜੇ ਇਧਰਲੇ ਪਾਸੇ ਲੈ ਆਏ ਤਾਂ ਦੋਨੋਂ ਮਾਈਨਸ ਚ ਹੈ ਨਾ, ਮਾਈਨਸ U1 ਤੇ ਮਾਈਨਸ PV1, ਮਾਈਨਸ ਕਾਮਨ ਲੈ ਲਿਆ ਲਾਈਕ ਦਿਸ। ਸੋ ਆਪਣੇ ਕੋਲੇ ਹੁਣ ਇਹਨੂੰ H2, ਇਹਨੂੰ ਲਿਖ ਦਾਂਗੇ H1 ਕਿਉਂਕਿ U plus PV that is H। So QP is equal to delta H। This is the major difference between delta U and delta H। ਡੈਲਟਾ U ਔਰ ਡੈਲਟਾ H ਦੇ ਵਿੱਚ ਇਹ ਸਭ ਤੋਂ ਵੱਡਾ ਫਰਕ ਹੈ। ਡੈਲਟਾ U ਜਿਹੜੀ ਹੈ that is here, ਡੈਲਟਾ U QV ਦੇ ਬਰਾਬਰ ਹੈ, ਮਤਲਬ ਹੀਟ ਐਕਸਚੇਂਜ ਐਟ ਕਨਸਟੈਂਟ ਵੋਲਿਊਮ। ਪਰ ਜਦੋਂ ਅਸੀਂ ਰਿਐਕਸ਼ਨਸ ਕਰਦੇ ਹਾਂ ਤਾਂ ਐਟਮੋਸਫੇਰਿਕ ਪ੍ਰੈਸ਼ਰ ਕਾਂਸਟੈਂਟ ਹੁੰਦਾ ਹੈ, ਨਾ ਕਿ ਵੋਲਿਊਮ। ਵੋਲਿਊਮ ਮੇ ਚੇਂਜ। ਸੋ ਅਸੀਂ ਉਹਦੇ ਲਈ ਨਵੀਂ ਸਟੇਟ ਫੰਕਸ਼ਨ ਡੈਲਟਾ H, ਚੇਂਜ ਇਨ ਐਂਥੈਲਪੀ, ਜਾਂ ਇਹਨੂੰ ਆਪਾਂ ਸਿੰਪਲ H ਐਂਥੈਲਪੀ ਕਹਿ ਸਕਦੇ ਹਾਂ। ਸੋ ਐਂਥੈਲਪੀ ਇਜ਼ ਅ ਸਟੇਟ ਫੰਕਸ਼ਨ। ਸੋ relation between delta H and delta U, ਇਹ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋਣਾ ਚਾਹੀਦਾ ਹੈ, ਫਾਰਮੂਲਾ ਯਾਦ ਹੋਣਾ ਚਾਹੀਦਾ ਹੈ। delta H is equal to delta U plus P delta V। ਸੋ ਜਦੋਂ ਆइसोकोरिक प्रोसेस है, आइसोकोरिक प्रोसेस मतलब delta V is equal to 0, then what will happen, delta H will be equal to delta U। इनका मतलब कि when there is no volume change, then change in enthalpy is equal to change in internal energy। ओके, सो वैसे भी हुण तुहाडे दिमाग दे विच ये चीज फॉरएवर फिट होनी चाहिए है कि डेल्टा U हीट exchanged with surroundings at constant volume, delta H is heat exchanged with surroundings at constant pressure। ਤੇ ਜੇ ਗੈਸੀਅਸ ਰਿਐਕਸ਼ਨਸ ਹੋਣ then ਗੈਸੀਅਸ ਰਿਐਕਸ਼ਨਸ ਵਾਸਤੇ ਆਪਣੇ ਕੋਲੇ
डेल्टा H इज इक्वल टू डेल्टा U प्लस P डेल्टा V नहीं लगता, प्रेशर वॉल्यूम वर्क नहीं लगता। ਇੱਥੇ ਆਪਾਂ ਲਗਾਉਂਦੇ ਆ डेल्टा H इज इक्वल टू डेल्टा U प्लस डेल्टा N RT, PV is equal to nRT ਹੁੰਦਾ ਨਾ, ਇੱਥੇ ਨੰਬਰ ਆਫ ਮੋਲਸ ਆਫ ਗੈਸਸ, ਠੀਕ ਹੈ, ਉਹਦੇ ਚ ਕਿੰਨੀ ਚੇਂਜ ਆਈ। ਮਤਲਬ ਡੈਲਟਾ NG ਨੂੰ ਐ ਸਮਝ ਲਓ ਕਿ ਨੰਬਰ ਆਫ ਮੋਲਸ ਆਫ ਪ੍ਰੋਡਕਟਸ ਮਾਈਨਸ ਨੰਬਰ ਆਫ ਮੋਲਸ ਆਫ ਰਿਐਕਟੈਂਟਸ, ਕਿੰਨੇ ਮੋਲਸ ਚੇਂਜ ਹੋਏ ਹੈ, ਠੀਕ ਹੈ, ਉਹਨੂੰ ਆਪਾਂ ਕਵਾਂਗੇ ਡੈਲਟਾ NG। ਸੋ ਇਹਨਾਂ ਦੋ ਫਾਰਮੂਲੇ ਦੇ ਨਾਲ ਬਹੁਤ ਹੀ ਆਸਾਨ ਹੋ ਜਾਂਦਾ ਹੈ ਡੈਲਟਾ H ਔਰ ਡੈਲਟਾ U ਨੂੰ ਇੰਟਰ ਕਨਵਰਟ ਕਰਨਾ। ਡੈਲਟਾ H ਤੋਂ ਆਪਾਂ ਨੂੰ ਡੈਲਟਾ U ਦੀ ਵੈਲਿਊ ਕੈਲਕੂਲੇਟ ਕਰਨ 'ਚ ਮਦਦ ਮਿਲਦੀ ਹੈ, ਤੇ ਡੈਲਟਾ U ਜੇਕਰ ਆਪਾਂ ਨੂੰ ਪਤਾ ਹੈ ਤਾਂ ਅਸੀਂ ਡੈਲਟਾ H ਵੈਲਿਊ ਕੈਲਕੂਲੇਟ ਕਰ ਸਕਦੇ ਹਾਂ, ਠੀਕ ਹੈ। ਹੁਣ ਡੈਲਟਾ H ਤੇ ਡੈਲਟਾ U ਕਦੋਂ ਕਦੋਂ ਇਕੁਅਲ ਹੋਣਗੇ, ਵੈਨ, ਇਹ ਆਮ ਤੌਰ ਤੇ ਤਿੰਨ ਸਿਚੁਏਸ਼ਨਸ ਦੇ ਵਿੱਚ ਡੈਲਟਾ H ਡੈਲਟਾ U ਦੇ ਬਰਾਬਰ ਹੁੰਦਾ ਹੈ। ਪਹਿਲੀ ਸਿਚੁਏਸ਼ਨ ਹੈ ਕਿ ਉਹ ਰਿਐਕਸ਼ਨਸ which do not involve any gaseous component, ਠੀਕ ਹੈ, ਸਾਰੇ ਲਿਕੁਇਡ ਜਾਂ ਐਕੁਅਸ ਸੋਲਿਊਸ਼ਨਸ ਹੈਗੇ ਹੈ, ਕੋਈ ਵੀ ਗੈਸ਼ੀਅਸ ਕੰਪੋਨੈਂਟ ਨਹੀਂ ਹੈ, ਤਾਂ ਉਦੋਂ ਡੈਲਟਾ H ਡੈਲਟਾ U ਦੇ ਬਰਾਬਰ ਹੋਊਗਾ। ਜਿਵੇਂ ਆਪਾਂ ਸਿੰਪਲ ਇਕੁਏਸ਼ਨ ਕਰਦੇ ਹਾਂ ਕਿ HCl ਐਕੁਅਸ ਲੈ ਲਿਆ ਤੇ NaOH ਚ ਉਹਨੂੰ ਮਿਕਸ ਕਰ ਦਿੱਤਾ, NaCl ਸਾਲਟ ਬਣ ਗਿਆ, ਇਹ ਵੀ ਪਾਣੀ ਚ ਘੁਲਿਆ ਹੋਇਆ ਹੈ, ਤੇ ਵਾਟਰ, ਇਹ ਤਾਂ ਲਿਕੁਇਡ ਹੀ ਹੁੰਦਾ ਹੈ। ਸੋ ਇੱਥੇ ਸਾਰੇ ਕੰਪੋਨੈਂਟ ਐਕੁਅਸ ਹੈ, ਪਾਣੀ ਚ ਘੁਲੇ ਹੋਏ ਹੈ, ਠੀਕ ਹੈ, ਇੱਥੇ ਕੋਈ ਵੀ ਗੈਸ਼ੀਅਸ ਕੰਪੋਨੈਂਟ ਨਹੀਂ ਹੈ, ਤਾਂ ਡੈਲਟਾ H ਡੈਲਟਾ U ਦੇ ਬਰਾਬਰ ਹੋਏਗਾ। ਦੂਸਰੀ ਸਿਚੁਏਸ਼ਨ ਹੈ ਕਿ ਅਸੀਂ ਇੱਕ ਕਲੋਜ਼ਡ ਵੈਸਲ ਦੇ ਵਿੱਚ ਰਿਐਕਸ਼ਨ ਕੈਰੀ ਆਊਟ ਕਰ ਰਹੇ ਹਾਂ। ਕਲੋਜ਼ਡ ਵੈਸਲ ਦਾ ਮਤਲਬ ਹੈ ਕਿ ਵੋਲਿਊਮ ਡਜ਼ ਨਾਟ ਚੇਂਜ, ਠੀਕ ਹੈ। ਸੋ ਇਸ ਸਿਚੁਏਸ਼ਨ ਦੇ ਵਿੱਚ ਵੀ ਡੈਲਟਾ H ਜਿਹੜਾ ਹੈ ਉਹ ਡੈਲਟਾ U ਦੇ ਬਰਾਬਰ ਹੋਏਗਾ। ਦੈਨ ਆਉਂਦੀ ਹੈ ਆਪਣੀ ਥਰਡ ਸਿਚੁਏਸ਼ਨ। थर्ड सिचुएशन ये है कि जे कोई गैशियस कंपोनेंट है, इफ गैशियस कंपोनेंट्स आर देयर, देन उन्हां दे नंबर ऑफ मोल्स जेड़े हैं वो बराबर होने चाहिए। कादे कादे? नंबर ऑफ मोल्स ऑफ रिएक्टेंट्स एंड प्रोडक्ट्स, दे शुड बी इक्वल, दे शुड बी इक्वल। जिवें आपां इत्थे एग्जांपल ले लैंदे हैं कि H2 ये गैसियस ले लिया, Cl2 ये भी गैसियस ले लिया, रिएक्शन हुई, HCl बनया, ये भी गैसियस है। सो 2 मोल, 1 जमा 1, 2 मोल रिएक्टेंट है, 2 मोल प्रोडक्ट है। नंबर ऑफ मोल्स ऑफ रिएक्टेंट्स इज इक्वल टू नंबर ऑफ मोल्स ऑफ प्रोडक्ट्स। सो इत्थे डेल्टा N गैसियस विल बिकम इक्वल टू 0, ਤਾਂ ਅਲਟੀਮੇਟਲੀ ਡੈਲਟਾ H will become equal to ਡੈਲਟਾ U। ਬਟ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਗੈਸ਼ੀਅਸ ਕੰਪੋਨੈਂਟਸ ਇਨਵੋਲਵਡ ਹੁੰਦੇ ਆ ਨਾ, ਤਾਂ ਜਿਹੜੇ ਨੰਬਰ ਆਫ ਮੋਲਸ ਹੈ ਉਹ ਇਕੁਅਲ ਨਹੀਂ ਹੁੰਦੇ, ਦੇ ਆਰ ਨਾਟ ਸੇਮ ਔਨ ਦੀ ਆਈਦਰ ਸਾਈਡ, ਬੋਥ ਸਾਈਡਸ ਤੇ ਸੇਮ ਨਹੀਂ ਹੈ। ਉਹ ਹੋ ਸਕਦਾ ਹੈ ਰਿਐਕਟੈਂਟਸ ਦੇ ਜ਼ਿਆਦਾ ਹੋਣ, ਹੋ ਸਕਦਾ ਹੈ ਉਹ ਪ੍ਰੋਡਕਟਸ ਦੇ ਜ਼ਿਆਦਾ ਹੋਣ। ਹੁਣ ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ, ਕਾਰਬਨ, ਉਹਨੂੰ ਆਪਾਂ ਲਿਮਿਟਿਡ ਸਪਲਾਈ ਆਫ ਆਕਸੀਜਨ ਦੇ ਵਿੱਚ ਹੀਟ ਅਪ ਕੀਤਾ, ਗਰਮ ਕੀਤਾ, ਜਲਾਇਆ, ਤਾਂ ਕਾਰਬਨ ਮੋਨੋਆਕਸਾਈਡ ਬਣੀ ਜੋ ਕਿ ਗੈਸ਼ੀਅਸ ਹੈ। ਇੱਥੇ ਦੇਖੋ ਨੰਬਰ ਆਫ ਮੋਲਸ 'ਚ ਕਿੰਨੀ ਚੇਂਜ ਆਈ ਹੈ। ਪ੍ਰੋਡਕਟ ਵਾਲੇ ਪਾਸੇ 1 ਮੋਲ ਹੈ ਤੇ ਰਿਐਕਟੈਂਟ ਵਾਲੇ ਪਾਸੇ ਅੱਧਾ ਹੈ। ਇਹਨੂੰ ਨਹੀਂ ਕਾਊਂਟ ਕਰਨਾ ਬਿਕੋਜ਼ ਦਿਸ ਇਜ਼ ਸੋਲਿਡ, ਇਹਨੂੰ ਨਹੀਂ ਕਾਊਂਟ ਕਰਨਾ। ਸੋ 1 ਮਾਈਨਸ ਹਾਫ, ਇਟ ਇਜ਼ ਇਕੁਅਲ ਟੂ ਹਾਫ, ਠੀਕ ਹੈ। ਜੇ ਇਸੇ ਤਰੀਕੇ ਨਾਲ ਆਪਾਂ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ, PCl5 ਗੈਸ਼ੀਅਸ ਲਿੱਤਾ, PCl3 ਗੈਸ਼ੀਅਸ ਬਣ ਗਿਆ ਤੇ ਨਾਲ Cl2 ਗੈਸ਼ੀਅਸ ਬਣ ਗਿਆ। ਹੁਣ ਇੱਥੇ ਡੈਲਟਾ N ਕੈਲਕੂਲੇਟ ਕਰੋ, ਡੈਲਟਾ NG, 1 + 1 2, 2 ਦੇ ਵਿੱਚੋਂ 1 ਮਾਈਨਸ ਕਰ ਦਿਓ, ਸੋ ਇਟ ਕਮਸ ਆਊਟ ਟੂ ਬੀ 1। ਸੋ ਇੱਥੇ ਆਪਣੇ ਕੋਲੇ ਨੰਬਰ ਆਫ ਮੋਲਸ ਆਫ ਪ੍ਰੋਡਕਟ, ਦੇ ਆਰ ਮੋਰ ਦੈਨ ਨੰਬਰ ਆਫ ਮੋਲਸ ਆਫ ਰਿਐਕਟੈਂਟਸ, ਪਰ
ਕਈ ਵਾਰੀ ਕੀ ਹੁੰਦਾ ਹੈ ਕਿ ਰਿਐਕਸ਼ਨਸ ਦੇ ਵਿੱਚ देयर इज डिक्रीज इन नंबर ऑफ मोल्स ऑफ प्रोडक्ट्स। ਉਸ ਸਿਚੁਏਸ਼ਨ ਦੇ ਵਿੱਚ ਆਪਾਂ ਪਹਿਲੇ ਇੱਕ ਐਗਜ਼ਾਮਪਲ ਲੈ ਕੇ ਦੇਖੀਏ ਜ਼ਰਾ। ਕਾਰਬਨ ਮੋਨੋਆਕਸਾਈਡ ਗੈਸੀਅਸ ਹੈ ਤੇ ਆਕਸੀਜਨ ਗੈਸੀਅਸ ਹੈ। ਜਦੋਂ ਇਹ ਆਪਸ ਦੇ ਵਿੱਚ ਰਿਐਕਟ ਕਰਕੇ ਕਾਰਬਨ ਡਾਈਆਕਸਾਈਡ ਬਣਾਉਂਦੀ ਹੈ ਗੈਸੀਅਸ, ਤਾਂ ਇੱਥੇ ਚੇਂਜ ਇਨ ਨੰਬਰ ਆਫ ਮੋਲਸ ਕਿੰਨੀ ਹੋਈ? 1 minus half, 1.5, it comes out to be minus half। ਆਹ 1 ਤੇ ਆਹ ਹਾਫ, 1.5 ਬਣ ਗਿਆ, this is 1। ਸੋ ਇੱਥੇ ਆਪਣੇ ਕੋਲੇ change in number of moles of gaseous components is equal to minus half। ਹੁਣ ਇੱਥੇ ਇਹ ਸਮਝ ਲਓ ਬੇਟਾ ਕਿ ਜੇ ਡੈਲਟਾ ਐਨ ਜੀ 0 ਹੈ ਤਾਂ ਡੈਲਟਾ H is equal to delta U। if delta Ng is negative, उस सिचुएशन च की होएगा? delta H will not be equal to delta U, बल्कि delta H will be less than delta U। और अगर delta Ng पॉजिटिव है ਤਾਂ ਵੀ delta H delta U ਦੇ ਬਰਾਬਰ ਨਹੀਂ ਹੋਏਗੀ, ਉਦੋਂ delta H delta U ਦੇ ਨਾਲੋਂ ਵੱਧ ਹੋਏਗੀ। ਸੋ ਬੇਟੇ ਚੇਂਜ ਇਨ ਐਂਥੈਲਪੀ ਜਿਹੜੀ ਹੈ ਜਿਹਨੂੰ ਅਸੀਂ ਡੈਲਟਾ H ਕਹਿੰਦੇ ਆ, that is enthalpy of products minus enthalpy of reactants। ਹੁਣ ਜੇ enthalpy of products ਜਿਹੜੀ ਹੈ ਉਹ ਘੱਟ ਹੈ ਤੇ enthalpy of reactants ਵੱਧ ਹੈ, this is more, suppose this is more। ਜਿਵੇਂ ਮੰਨ ਲਓ ਕਿ ਇਹ 5 ਹੈ और ਇਹ 12 है, तो आंसर कितना आएगा? माइनस जाएगा ना, -7। इफ HP इज लेस देन HR, इफ HR इज मोर, अगर HR ज्यादा है HP ਦੇ ਨਾਲੋਂ, ਜਿਵੇਂ ਮੈਂ ਐਗਜ਼ਾਮਪਲ ਲਈ ਹੈ 5 ਤੇ 12 ਦੀ, ਤਾਂ ਆਪਣੇ ਕੋਲੇ ਡੈਲਟਾ H ਦਾ ਸਾਈਨ ਨੈਗੇਟਿਵ ਆਏਗਾ। ਜੇ ਐਂਥੈਲਪੀ ਆਫ ਪ੍ਰੋਡਕਟਸ ਜਿਹੜੀ ਹੈ ਉਹ ਘੱਟ ਹੈ ਤੇ ਐਂਥੈਲਪੀ ਆਫ ਰਿਐਕਟੈਂਟਸ ਜ਼ਿਆਦਾ ਹੈ, ਸੋ ਇਹਨੂੰ ਆਪਾਂ ਕਹਿੰਦੇ ਆ ਡੈਲਟਾ H ਇਜ਼ ਨੈਗੇਟਿਵ if HP is less than HR। but अगर HR ज्यादा है HP ਦੇ ਨਾਲੋਂ ਤਾਂ delta H will be positive। ਜਦੋਂ delta H negative ਹੈ ਤਾਂ ਇਹਦਾ ਮਤਲਬ heat is released from the system, ਤੇ ਜਦੋਂ delta H positive ਹੈ ਤਾਂ ਇਹਦਾ ਮਤਲਬ heat is absorbed। ਸੋ ਜਿਨ੍ਹਾਂ ਰਿਐਕਸ਼ਨਸ ਦੇ ਵਿੱਚ ਹੀਟ ਰਿਲੀਜ਼ ਹੁੰਦੀ ਹੈ ਉਹਨਾਂ ਰਿਐਕਸ਼ਨਸ ਨੂੰ ਅਸੀਂ ਕਹਿੰਦੇ ਹਾਂ ਐਕਸੋਥਰਮਿਕ ਰਿਐਕਸ਼ਨਸ, ਔਰ ਜਿਨ੍ਹਾਂ ਰਿਐਕਸ਼ਨਸ ਦੇ ਵਿੱਚ ਹੀਟ ਐਬਜ਼ੌਰਬ ਹੁੰਦੀ ਹੈ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਐਂਡੋਥਰਮਿਕ ਰਿਐਕਸ਼ਨਸ। ਸੋ ਐਕਸੋਥਰਮਿਕ ਰਿਐਕਸ਼ਨਸ ਵੀ ਆਪਾਂ ਦੋ ਮਟੀਰੀਅਲ ਮਿਕਸ ਕੀਤੇ ਤੇ ਓਵਰਆਲ ਸਿਸਟਮ ਗਰਮ ਹੋ ਗਿਆ, ਸਿਸਟਮ ਨੇ ਹੀਟ ਰਿਲੀਜ਼ ਕੀਤੀ, ਡੈਲਟਾ H ਨੈਗੇਟਿਵ। ਪਰ ਜੇ ਆਪਾਂ ਪਾਣੀ ਦੇ ਵਿੱਚ ਗਲੂਕੋਨ ਡੀ ਘੋਲਿਆ ਤੇ ਗਲਾਸ ਠੰਡਾ ਹੋ ਗਿਆ, ਓਵਰਆਲ ਸਿਸਟਮ ਹੀਟ ਜਿਹੜਾ ਐਬਜ਼ੌਰਬ ਕਰ ਰਿਹਾ ਹੈ, ਤਾਂ ਉੱਥੇ ਆਪਾਂ ਕਵਾਂਗੇ ਡੈਲਟਾ H ਪੋਜ਼ਿਟਿਵ ਹੈ ਤੇ ਰਿਐਕਸ਼ਨ ਇਜ਼ ਐਂਡੋਥਰਮਿਕ ਇਨ। ਇਹਨੂੰ ਗ੍ਰਾਫ ਦੀ ਸ਼ਕਲ ਨਾਲ ਵੀ ਸਮਝ ਸਕਦੇ ਹਾਂ। ਮੰਨ ਲਓ ਇਧਰਲੇ ਪਾਸੇ ਆਪਾਂ એનર્ਜੀ ਲਿੱਤੀ ਹੈ, ਠੀਕ ਹੈ, ਜੇ ਆਹ ਰਿਐਕਟੈਂਟਸ ਦੀ એનર્ਜੀ ਹੈ ਤੇ ਆਹ ਪ੍ਰੋਡਕਟਸ ਦੀ એનર્ਜੀ ਹੈ, ਠੀਕ ਹੈ, ਤਾਂ ओवरऑल एनर्जी घट रही है ना, बाहर निकल रही है, दिस इज एनर्जी लॉस्ट टू इन्वायरमेंट, तो इत्थे आपां डेल्टा H नेगेटिव कवांगे। पर जे अपने कोले उल्ट हिसाब है कि अपने कोले रिएक्टेंट्स की एनर्जी घट सी, प्रोडक्ट्स तां बने जे उन्होंने एनर्जी एब्जॉर्ब की। जे एनर्जी की एब्जॉर्प्शन हो रही है ना, तो इत्थे डेल्टा H आपां पॉजिटिव कवांगे, ठीक है। एक्सोथर्मिक और एंडोथर्मिक रिएक्शंस के बाद अगला कंसैप्ट आता है हीट कैपेसिटी। सो हीट कैपेसिटी की होंदी है कि अमाउंट ऑफ हीट रिक्वायर्ड टू raise the temperature of a substance, to raise the temperature of a substance by 1 degree। ਹੁਣ ਸਪੋਜ਼ ਆਪਾਂ 100 ਜਾਊਲ ਆਫ એનર્ਜੀ ਉਹ ਆਪਾਂ ਦਿੰਨੇ ਆ ਇੱਕ ਪੇਪਰ ਨੂੰ, ਇੱਕ ਪੀਸ ਆਫ ਪੇਪਰ ਨੂੰ, ਤੇ ਇੱਕ
ਸੇਮ ਅਮਾਉਂਟ ਆਫ એનર્ਜੀ ਆਪਾਂ ਦਿੰਨੇ ਆ 1 ਪੀਸ ਆਫ ਆਇਰਨ ਨੂੰ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨੇ 1 ਡਿਗਰੀ ਚ ਚੇਂਜ ਆਉਣ ਦੀ ਸੰਭਾਵਨਾ ਹੈ? ਠੀਕ ਹੈ, ਸੋ ਪੇਪਰ ਜਿਹੜਾ ਹੈ ਉਹ ਛੇਤੀ, ਉਹ ਤਾਂ ਇਟ ਕੈਚਸ ਫਾਇਰ, ਤੇ ਆਇਰਨ ਜਿਹੜਾ ਹੈ ਉਹਦਾ ਜੇ 1 ਡਿਗਰੀ ਵਧਾਉਣਾ ਹੋਵੇ ਤਾਂ ਆਪਾਂ ਨੂੰ ਬਹੁਤ, ਪੇਪਰ ਨਾਲੋਂ ਬਹੁਤ ਜ਼ਿਆਦਾ ਅਮਾਉਂਟ ਆਫ ਹੀਟ ਰਿਕੁਆਇਰਡ ਹੋਏਗੀ ਉੱਥੇ। ਠੀਕ ਹੈ, ਸੋ ਵਾਟ ਇਜ਼ ਹੀਟ ਕੈਪੈਸਿਟੀ? ਕਿਸੇ ਮਟੀਰੀਅਲ ਦਾ ਟੈਂਪਰੇਚਰ ਆਪਾਂ 1 ਡਿਗਰੀ ਵਧਾਉਣਾ ਹੈ ਤਾਂ ਉਹਦੇ ਲਈ ਜਿੰਨੀ ਹੀਟ ਰਿਕੁਆਇਰਡ ਹੈ ਉਹਨੂੰ ਆਪਾਂ ਕਵਾਂਗੇ ਹੀਟ ਕੈਪੈਸਿਟੀ। ਸੋ ਹੀਟ ਕੈਪੈਸਿਟੀ ਦਾ ਫਾਰਮੂਲਾ ਕੀ ਬਣੇਗਾ? ਹੀਟ ਕੈਪੈਸਿਟੀ ਦਾ ਫਾਰਮੂਲਾ ਬਣਦਾ ਹੈ ਹੀਟ ਰਿਕੁਆਇਰਡ, ਯਾਨੀ ਕਿ ਹੀਟ ਕਿੰਨੀ ਐਬਜ਼ੌਰਬ ਕੀਤੀ, ਡਿਵਾਈਡਡ ਬਾय ਰਾਈਜ਼ ਇਨ ਟੈਂਪਰੇਚਰ। ਸੋ ਹੀਟ ਕੈਪੈਸਿਟੀ ਨੂੰ ਆਪਾਂ C ਦੇ ਨਾਲ ਡਿਨੋਟ ਕਰਦੇ ਹਾਂ। C is equal to Q upon delta T. Q means heat. So type of heat capacity, ਦੋ ਤਰ੍ਹਾਂ ਦੀਆਂ ਹੀਟ ਕੈਪੈਸਿਟੀਜ਼ ਹੁੰਦੀਆਂ। ਇੱਕ ਤਾਂ ਹੈ ਹੀਟ ਕੈਪੈਸਿਟੀ ਐਟ ਕਨਸਟੈਂਟ ਵੋਲਿਊਮ, ਜਿਹਨੂੰ CV ਕਹਿੰਦੇ ਆ, ਇਹਦੀ ਡੈਫੀਨੇਸ਼ਨ ਹੋਏਗੀ QV upon delta T। ਦੂਸਰੀ ਹੈ ਹੀਟ ਕੈਪੈਸਿਟੀ ਐਟ ਕਨਸਟੈਂਟ ਪ੍ਰੈਸ਼ਰ, CP, ਜਿਹਨੂੰ ਆਪਾਂ QP ਡਿਵਾਈਡਡ ਬਾय delta T ਨਾਲ ਡਿਫਾਈਨ ਕਰਦੇ ਹਾਂ। ਹੀਟ ਕੈਪੈਸਿਟੀ ਦੇ ਯੂਨਿਟਸ ਜਿਹੜੇ ਹੈ ਜਾਊਲ ਪਰ ਕੈਲਵਿਨ ਹੋਣਗੇ। CP ਔਰ CV ਦੇ ਵਿਚਕਾਰ ਰਿਲੇਸ਼ਨ ਡਿਰਾਈਵ ਕਰਨ ਤੋਂ ਪਹਿਲਾਂ ਆਪਾਂ ਸਪੈਸਿਫਿਕ ਹੀਟ ਕੈਪੈਸਿਟੀ ਜਾਂ ਸਪੈਸਿਫਿਕ ਹੀਟ ਇਹ ਕੀ ਹੁੰਦੀ ਹੈ ਇਹ ਸਮਝ ਲੈਂਦੇ ਹਾਂ। ਸੋ ਹੀਟ ਕੈਪੈਸਿਟੀ ਤਾਂ ਹੈ ਕਿ ਜਿੰਨੀ ਹੀਟ ਰਿਕੁਆਇਰਡ ਹੈ ਕਿਸੇ ਸਬਸਟੈਂਸ ਦੀ 1 ਡਿਗਰੀ ਟੈਂਪਰੇਚਰ ਵਧਾਉਣ ਦੇ ਲਈ, ਉਹਨੂੰ ਆਪਾਂ ਕਹਿੰਦੇ ਹਾਂ ਹੀਟ ਕੈਪੈਸਿਟੀ। ਪਰ ਜੇ ਅਸੀਂ ਨਾਲ ਮਾਸ ਲੈ ਲਈਏ, ਜਿਵੇਂ ਕਿਸੇ ਚੀਜ਼ ਦੇ 1 ਗ੍ਰਾਮ ਦੀ ਟੈਂਪਰੇਚਰ 1 ਡਿਗਰੀ ਵਧਾਉਣ ਦੇ ਲਈ ਆਪਾਂ ਨੂੰ ਜਿੰਨੀ ਹੀਟ ਐਬਜ਼ੌਰਬ ਕਰਨੀ ਪਏਗੀ ਉਸ ਸਬਸਟੈਂਸ ਨੂੰ ਦੇਣੀ ਪਏਗੀ, that is called specific heat। ਤੇ ਇਹਦਾ ਫਾਰਮੂਲਾ C is equal to Q upon delta T upon mass। ਸੋ ਇਹਦੇ ਯੂਨਿਟਸ ਕੀ ਬਣਨਗੇ? ਜਾਊਲ ਪਰ ਕੈਲਵਿਨ ਪਰ ਗ੍ਰਾਮ। ਤੇ ਇੱਥੇ ਨਾਲ ਦੀ ਨਾਲ ਸਪੈਸਿਫਿਕ ਹੀਟ ਦੇ ਵਿੱਚ ਆਪਾਂ ਮੋਲਰ ਹੀਟ ਕੈਪੈਸਿਟੀ ਵੀ ਕਰ ਲਈਏ, ਉੱਥੇ ਫਰਕ ਕੀ ਹੋਏਗਾ ਕਿ ਹੀਟ ਐਬਜ਼ੌਰਬ ਟੂ ਰੇਜ਼ ਦ ਟੈਂਪਰੇਚਰ ਬਾय 1 ਡਿਗਰੀ ਆਫ 1 ਮੋਲ ਆਫ ਸਬਸਟੈਂਸ। 1 ਮੋਲ ਸਬਸਟੈਂਸ ਦਾ ਤਾਪਮਾਨ 1 ਡਿਗਰੀ ਵਧਾਉਣ ਦੇ ਲਈ ਕਿੰਨੀ ਹੀਟ ਐਬਜ਼ੌਰਬ ਕਰਨੀ ਪਏਗੀ, ਉਹਨੂੰ ਕਿਹਾ ਜਾਂਦਾ ਹੈ ਮੋਲਰ ਹੀਟ ਕੈਪੈਸਿਟੀ। ਇਹਦੇ ਯੂਨਿਟਸ ਕੀ ਹੋਣਗੇ? ਜਾਊਲ ਪਰ ਕੈਲਵਿਨ ਪਰ ਮੋਲ। Now we will do relationship between CP and CV। CP और CV ਦੇ ਵਿੱਚ ਜੇ ਆਪਾਂ ਰਿਲੇਸ਼ਨਸ਼ਿਪ ਡਿਰਾਈਵ ਕਰਨਾ ਨਾ ਤਾਂ ਪਹਿਲੇ ਇਹਨਾਂ ਦੀ ਡੈਫੀਨੇਸ਼ਨ ਲਿਖ ਲਈਏ। ਠੀਕ ਹੈ, ਸੋ CV ਦੀ ਡੈਫੀਨੇਸ਼ਨ ਹੁੰਦੀ ਹੈ ਹੀਟ ਐਬਜ਼ੌਰਬਡ ਪਰ ਡਿਗਰੀ, ਹੈ ਨਾ। 1 ਡਿਗਰੀ ਵਧਾਉਣ ਦੇ ਲਈ ਟੈਂਪਰੇਚਰ ਕਿੰਨੀ ਹੀਟ ਐਬਜ਼ੌਰਬ ਕਰਨੀ ਪਏਗੀ ਐਟ ਕਨਸਟੈਂਟ ਵੋਲਿਊਮ। ਹੀਟ ਐਬਜ਼ੌਰਬਡ ਐਟ ਕਨਸਟੈਂਟ ਵੋਲਿਊਮ ਨੂੰ ਆਪਾਂ ਡੈਲਟਾ H ਕਹਿ ਦਿੰਦੇ ਹਾਂ। So CV is equal to delta, so heat absorbed at constant volume ਨੂੰ ਆਪਾਂ delta U ਕਹਿ ਦਿੰਦੇ ਹਾਂ। So CV is equal to delta U upon delta T। so ਇੱਥੋਂ ਦੀ delta U ਦੀ ਵੈਲਿਊ ਕਿੰਨੀ ਬਣੀ? CV multiplied by delta T। ਠੀਕ ਹੈ, delta U ਕੀ ਹੈ? ਚੇਂਜ ਇਨ ਇੰਟਰਨਲ એનર્ਜੀ। ਹੁਣ ਇਸੇ ਤਰੀਕੇ ਨਾਲ CP ਦੀ ਜਦੋਂ ਆਪਾਂ ਡੈਫੀਨੇਸ਼ਨ ਕਰਦੇ ਹਾਂ ਤਾਂ CP ਦੀ ਡੈਫੀਨੇਸ਼ਨ ਦੇ ਵਿੱਚ ਇਟ ਇਜ਼ QP upon delta T। ਸੋ QP ਨੂੰ ਆਪਾਂ delta H ਲਿਖ ਸਕਦੇ ਹਾਂ, ਚੇਂਜ ਇਨ ਐਂਥੈਲਪੀ। delta H is equal to CP delta T। ਓਕੇ, ਹੁਣ ਫਰਸਟ ਲਾਅ ਆਫ ਥਰਮੋਡਾਇਨਾਮਿਕਸ ਦੇ ਵਿੱਚ ਆਪਾਂ delta H is equal to delta U plus P delta V ਕਰਦੇ ਹਾਂ। ठीक है, सो डेल्टा H की वैल्यू CP डेल्टा T और डेल्टा U की वैल्यू CV डेल्टा T। तो P डेल्टा V ਨੂੰ ਆਪਾਂ NR डेल्टा T पुट कर ਦਿੰਨੇ ਆ। सो CP CV NR, क्योंकि डेल्टा T ਜਿਹੜੀ ਹੈ ਕੱਟੇਗੀ, डिवाइड कर दो ਸਾਰੀਆਂ ਟਰਮਸ ਨੂੰ ਜੇ डेल्टा T ਦੇ ਨਾਲ ਤਾਂ ਕੱਟੀ ਜਾਂਦੀ ਹੈ। सो CP माइनस CV इज इक्वल टू R ਆ ਜਾਏਗਾ ਆਪਣੇ ਕੋਲੇ। ਇਹਦਾ ਮਤਲਬ ਇਹ ਹੋਇਆ ਕਿ CP ਦੇ ਵਿੱਚੋਂ CV ਘਟਾਵਾਂਗੇ ਤਾਂ R, मतलब CP ਵੱਡੀ ਹੈ CV ਨਾਲੋਂ। CP is more than CV। ਇਹ ਯਾਦ ਰੱਖਣ ਵਾਲਾ ਪੁਆਇੰਟ ਹੈ। आई होप बेटा कि ਤੁਹਾਨੂੰ ਇਹ ਟੌਪਿਕਸ ਹੁਣ ਸਮਝ ਲੱਗ ਗਏ ਹੋਣਗੇ ਅੱਛੀ ਤਰ੍ਹਾਂ। ਨੋਟਸ ਦੇ ਲਈ ਬੇਟਾ ਪਲੀਜ਼ ਡਿਸਕ੍ਰਿਪਸ਼ਨ ਬਾਕਸ ਬਹੁਤ ਭਰ ਚੁੱਕਿਆ ਹੈ, ਸੋ ਟੈਲੀਗ੍ਰਾਮ ਚੈਨਲ ਦੇ ਵਿੱਚੋਂ ਤੁਹਾਨੂੰ ਨੋਟਸ ਮਿਲ ਸਕਦੇ ਹਨ। ਸੋ ਡੂ ਜੁਆਇਨ ਦ ਟੈਲੀਗ੍ਰਾਮ ਚੈਨਲ।
And thanks for watching.